ਵਾਹਿਗੁਰੂ ਸਾਹਿਬ ਜੀਓ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਸਤਵਾਂ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਗੁਰਬਾਣੀ ਵਿੱਚ ਪ੍ਰਭੂ ਦੇ ਸਿਮਰਨ ਨੂੰ ਸਰਬ ਸੁੱਖਾਂ ਦਾ ਸਾਗਰ ਕਿਹਾ ਗਿਆ ਹੈ। ਸਿਮਰਨ ਕਰਨ ਨਾਲ ਦੁੱਖ, ਕਲੇਸ਼, ਚਿੰਤਾ, ਫਿਕਰ, ਤੌਖਲਾ, ਡਰ, ਭੈ, ਭਰਮ ਆਦਿ ਦੂਰ ਹੋ ਜਾਂਦੇ ਹਨ ਤੇ ਮਨ ਤਨ ਅੰਦਰ ਸ਼ਾਂਤੀ ਤੇ ਸੀਤਲਤਾ ਵਰਤ ਜਾਂਦੀ ਹੈ। ਸਿਮਰਨ ਕਰਨ ਨਾਲ ਦੁੱਖ, ਕਲੇਸ਼, ਚਿੰਤਾ, ਫਿਕਰ, ਤੌਖਲਾ, ਡਰ, ਭੈ, ਭਰਮ ਆਦਿ ਖਤਮ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ ਅਤੇ ਮਨ ਤਨ ਅੰਦਰ ਸ਼ਾਂਤੀ ਤੇ ਸੀਤਲਤਾ ਵਰਤ ਜਾਂਦੀ ਹੈ। ਚਿਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਨਾਨਕ ਪ੍ਰਭੂ ਧਿਆਈਐ, ਮਨ ਤਨ ਸੀਤਲ ਹੋਏ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸੀਤਲ ਤਨ ਮਨ ਛਾਤੀ। ਸੀਤਲ ਸੁਖ ਪਾਇਓ ਮਨ ਤ੍ਰਿਪਤ ਹੈ, ਹਰ ਸਿਮਰਤ ਸ਼ਰਮ ਸਗਲੇ ਲਾਥ। ਹਰ ਸਿਮਰਤ ਸਦਾ ਹੋਏ ਆਨੰਦ ਸੁਖ, ਅੰਤਰ ਸ਼ਾਂਤ ਸੀਤਲ ਮਨ ਆਪਣਾ। ਸਿਮਰ ਸਿਮਰ ਸੁਆਮੀ ਭਏ ਸੀਤਲ, ਦੁਖ ਦਰਦ ਭਰਮ ਹਿਰਿਆ। ਹਰੀ ਸਿਮਰਨ ਦੁਆਰਾ ਮਾਇਆ ਦੇ ਅਗਨ ਸ਼ੋਕ ਸਾਗਰ ਦੀ ਤਪਸ਼ ਨਹੀਂ ਪਾਉਂਦੀ। ਸੜੀਆਂ ਸੁੱਕੀਆਂ ਰੂਹਾਂ ਵੀ ਸਿਮਰਨ ਦੁਆਰਾ ਪੁੰਗਰ ਕੇ ਹਰੀਆਂ ਹੋ ਜਾਂਦੀਆਂ ਹਨ। ਹਾਂਜੀ, ਸੜੀਆਂ ਸੁੱਕੀਆਂ ਰੂਹਾਂ ਵੀ ਸਿਮਰਨ ਦੁਆਰਾ ਪੁੰਗਰ ਕੇ ਹਰੀਆਂ ਹੋ ਜਾਂਦੀਆਂ ਹਨ। ਚਿਤ ਆਵੈ ਉਸ ਪਾਰ ਬ੍ਰਹਮ, ਲਗੈ ਨ ਤਤੀ ਵਾਓ। ਸਿਮਰਤ ਸਿਮਰਤ ਪ੍ਰਭ ਕਾ ਨਾਉ, ਸਗਲ ਰੋਗ ਕਾ ਬਿਨਸਿਆ ਥਾਉ। ਸਿਮਰਨ ਤਾਂ ਕੈ ਮਿਟੈ ਸੰਤਾਪ, ਹੋਏ ਆਨੰਦ ਨ ਵਿਆਪੈ ਤਾਪ। ਮਹਾ ਕਸ਼ਟ ਕਾਟੈ ਖਿਨ ਪੀਤਰ, ਰਸਨਾ ਨਾਮ ਚਿਤਾਰੇ। ਸੀਤਲ ਸਾਂਤ ਸੁਖ ਹਰ ਸਰਣੀ, ਜਲਤੀ ਅਗਨ ਨਿਵਾਰੇ। ਜੈ ਸਿਮਰਨ ਤੇਰੀ ਜਾਏ ਬਲਾਏ, ਜੈ ਸਿਮਰਨ ਤੁਝ ਪੋਹੇ ਨ ਮਾਏ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ। ਹਰੀ ਨੂੰ ਭੁਲਾ ਕੇ ਅਸੀਂ ਮਾਇਕੀ ਭਉਜਲ ਬਿਖਮ ਅਸਗਾ ਵਿੱਚ ਸਾਰੀ ਉਮਰ ਗੋਤੇ ਖਾਂਦੇ ਰਹਿੰਦੇ ਹਾਂ। ਸਿੱਟੇ ਵਜੋਂ ਦੁਖੀ ਹੋ ਕੇ ਨਰਕਮਈ ਜੀਵਨ ਬਤੀਤ ਕਰਦੇ ਹਾਂ। ਸੋ ਇਸ ਭਉਜਲ ਬਿਖਮ ਅਸਗਾ ਤੋਂ ਨਿਕਲਣ ਜਾਂ ਪਾਰ ਉਤਾਰਾ ਕਰਨ ਲਈ ਗੁਰਬਾਣੀ ਵਿੱਚ ਹਰੀ ਦੇ ਸਿਮਰਨ ਦੀ ਹੀ ਸਿਫਾਰਿਸ਼ ਕੀਤੀ ਗਈ ਹੈ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭਉਜਲ ਸੰਸਾਰ। ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। ਸਿਮਰ ਸਿਮਰ ਨਾਨਕ ਤਰੇ, ਹਰ ਕੇ ਰੰਗ ਲਾਲ। ਸਿਮਰ ਹਰ ਹਰ ਸਦਾ ਨਾਨਕ, ਤਰੇ ਕਈ ਅਨੇਕ। ਚਲਤ ਬੈਸਤ ਸੋਵਤ ਜਾਗਤ, ਗੁਰਮੰਤਰ ਹਿਰਦੈ ਚਿਤਾਰ। ਚਰਨ ਸ਼ਰਨ ਭਜ ਸੰਗ ਸਾਧੂ, ਭਉ ਸਾਗਰ ਉਤਰੈ ਪਾਰ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਕਲ ਕਲੇਸ਼ ਲੋਭ ਮੋਹ, ਮਹਾ ਭਉਜਲ ਤਾਰੇ। ਭਾਗ ਪੂਰਾ ਤਿਨ ਜਾਗਿਆ, ਜਪਿਆ ਨਿਰੰਕਾਰ। ਸਾਧੂ ਸੰਗਤ ਲੱਗਿਆ, ਤਰਿਆ ਸੰਸਾਰ। ਅਸੀਂ ਦਿਮਾਗੀ ਗਿਆਨ ਤਾਂ ਬਹੁਤ ਕੋੜਦੇ ਹਾਂ। ਆਪਣੇ ਆਪ ਨੂੰ ਠੀਕ ਸਾਬਤ ਕਰਨ ਲਈ ਬਾਲ ਕੀ ਖਾਲ ਨਿਕਲਣ ਤੱਕ ਜਾਂਦੇ ਹਾਂ। ਇਸ ਦਿਮਾਗੀ ਧਾਰਮਿਕ ਵਾਦ ਵਿਵਾਦ ਨੂੰ ਹੀ ਅਸੀਂ ਪਰਮਾਰਥ ਸਮਝ ਕੇ ਆਫਰੇ ਫਿਰਦੇ ਹਾਂ। ਪਰ ਗੁਰਬਾਣੀ ਅਨੁਸਾਰ ਇਹ ਦਿਮਾਗੀ ਗਿਆਨ ਤਾਂ ਸਾਨੂੰ ਸਿਰਫ ਆਤਮਿਕ ਟੋਹ ਜਾਂ ਸੇਧ ਹੀ ਦੇ ਸਕਦਾ ਹੈ, ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਹੀਂ ਕਰਾ ਸਕਦਾ। ਇਹ ਦਿਮਾਗੀ ਗਿਆਨ
ਸਾਨੂੰ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਹੀਂ ਕਰਾ ਸਕਦਾ। ਗੁਰਮਤ ਅਨੁਸਾਰ ਸਾਡੇ ਅੰਤਰ ਆਤਮੇ ਤਤ ਗਿਆਨ ਦਾ ਪ੍ਰਕਾਸ਼ ਇਹ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਿਮਰਨ ਨਾਲ ਹੀ ਹੋ ਸਕਦਾ ਹੈ। ਸਿਮਰਨ ਨਾਲ ਹੀ ਹਿਰਦੇ ਦਾ ਕਮਲ ਵਿਗਸਦਾ ਹੈ। ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪਰਗਾਸ ਹੈ, हर गुण जपत कमल परगास है। प्रभ कै सिमरन कमल बिगासन, जिस सिमरत मन होए परगास, मिटे कलेश सुख सहज निवास। जुगह जुगंतर एह तत सार, हर सिमरन साचा विचार। गुरमुख ज्ञान एको है जाता, अनदिन नाम रवीजै है। गुर जप जाप जपत फल पाया, ज्ञान दीपक संत संग ना। सोई ज्ञानी जे सिमरै एक, सो धनवंता जिस बुद्ध विवेक। सो जन्म जन्मांतरां तो माया दा सिमरन करदे होए असी माया दा ही रूप बन गए हाँ। हर वेले असी माइकी ਕੰਮਾਂ ਕਾਜਾਂ ਵਿੱਚ ਰੁੱਝੇ ਰਹਿੰਦੇ ਹਾਂ ਤੇ ਉਹਨਾਂ ਨੂੰ ਸਵਾਰਨ ਲਈ ਅਨੇਕਾਂ ਉਕਤੀਆਂ ਜੁਗਤੀਆਂ ਤੇ ਸਿਆਣਪਾਂ ਘੋੜਦੇ ਹਾਂ ਤੇ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਾਂ। ਜਦ ਫਿਰ ਵੀ ਪੂਰੀ ਨਹੀਂ ਪੈਂਦੀ ਤਾਂ ਅਸੀਂ ਦੁਖੀ ਹੁੰਦੇ ਹਾਂ। ਪਰ ਗੁਰਬਾਣੀ ਅਨੁਸਾਰ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਡੇ ਦੁਨਿਆਵੀ ਕਾਰਜ ਵੀ ਅਚਿੰਤੀ ਸਵਾਰੇ ਜਾਂਦੇ ਹਨ। ਫਿਰ ਦੁਹਰਾ ਦਈਏ कि प्रभु का सिमरन करन नाल साढ़े दुनियावी कारज भी अचिंती सवारे जाते हैं। संतो हर 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 आराधो, हर आराध सबो किछ पाइयै, कारज सगले साधो। हर हर रसना जो जपै तिस पूरन काम, सिमर सिमर पूरन प्रभु कारज भए रास। जो जन तुमरी भगत करन दे, तिनके काज सवारता। गोबिंद भज सब स्वार्थ पूरे, नानक कबहू न हार। कहो नानक मन सिमरतै, पूरन होवै काम। अचिंत कम करे प्रभ तिनके, जिन हर का नाम प्यारा। पर असी हरि नूं भुला के सिमरन तो बेपरवाही ਜਾਂ ਅਣਗਹਿਲੀ ਕਰ ਛੱਡਦੇ ਹਾਂ। ਇਸ ਤਰ੍ਹਾਂ ਅਸੀਂ ਪਲਜ ਪਲਜ ਸਗਲੀ ਮੂਈ ਝੂਠੇ ਤਨ ਦੇ ਮੋਹ ਵਾਲਾ ਜੀਵਨ ਬਤੀਤ ਕਰਕੇ ਦੁਖੀ ਹੁੰਦੇ ਤੇ ਨਰਕ ਭੋਗਦੇ ਹਾਂ। ਹਰ ਕੇ ਨਾਮ ਬਿਨਾ ਦੁਖ ਪਾਵੈ, ਹਰ ਨਾਮ ਨ ਸਿਮਰੈ ਸਾਧ ਸੰਗ, ਤੇ ਤਨ ਉੱਡੈ ਖੇ। ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੈ ਖੇ। ਅਸੀਂ ਜਨਮਾਂ ਤੋਂ ਮਾਇਆ ਦੀ ਸੰਗਤ ਅਤੇ ਸਿਮਰਨ ਕਰਦੇ ਆ ਰਹੇ ਹਾਂ, ਜਿਸ ਨਾਲ ਸਾਡੇ ਮਨ ਨੂੰ ਅਤਿਅੰਤ ਗੂੜੀ ਮਾਇਕੀ ਮੈਲ ਲੱਗੀ ਹੋਈ ਹੈ। ਇੰਨਾ ਹੀ ਬਸ ਨਹੀਂ, ਆਪਣੇ ਨੀਵੇਂ ਮਾਇਕੀ ਖਿਆਲਾਂ, ਨੀਵੇਂ ਫੁਰਨਿਆਂ ਤੇ ਨੀਵੇਂ ਕਰਮਾਂ ਰਾਹੀਂ ਅਸੀਂ ਦਿਨ ਰਾਤ ਆਪਣੇ ਮਨ ਨੂੰ ਹੋਰ ਮੈਲ ਚੜਾਈ ਜਾਂਦੇ ਹਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਮੈਲੇ ਹਰ ਕੇ ਨਾਮ ਬਿਨ ਜੀਓ। ਅਜੇ ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ। ਹਾਂਜੀ, ਅਜੇ ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ। ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ। ਸੋ ਮਨ ਦੀ ਐਸੀ ਗੂੜੀ ਮਾਇਕੀ ਮੈਲ ਨੂੰ ਲਾਵਣ ਲਈ ਗੁਰਬਾਣੀ ਵਿੱਚ ਹਰੀ ਦਾ ਸਿਮਰਨ ਹੀ ਕਾਰਗਰ ਸਾਧਨ ਦੱਸਿਆ ਗਿਆ ਹੈ। ਜਿਹੜੀ ਕਈ ਜਨਮਾਂ ਤੋਂ ਮਨ ਨੂੰ ਮੈਲ ਲਾਉਂਦੇ ਆਏ ਹਾਂ ਤੇ ਹੁਣ ਵੀ ਆਪਣੇ ਨੀਵੇਂ ਕਰਮਾਂ, ਨੀਵੇਂ ਫੁਰਨਿਆਂ ਰਾਹੀਂ ਮੈਲ ਲਾ ਰਹੇ ਹਾਂ। ਇਸ ਮਾਇਕੀ ਗੂੜੀ ਮੈਲ ਨੂੰ ਲਾਵਣ ਲਈ ਗੁਰਬਾਣੀ ਵਿੱਚ ਇੱਕੋ ਇੱਕ ਕਾਰਗਰ ਸਾਧਨ ਦੱਸਿਆ ਗਿਆ ਹੈ, ਉਹ ਹੈ ਸਿਮਰਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ। ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨੋ ਜ਼ੰਗੀਲਾ। ਅਹਨਿਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਈ।
मन के विकार मिटै प्रभ सिमरत, जन्म जन्म की मैल हरी। अबनासी जीवन को दाता, सिमरत सब मल खोई। कर साध संगत, सिमर माधो, होए पतत पुनीत। जिवें सूरज तो ओले होण नाल सूरज दे अनेकां गुणां तो वांझिया हो जाईदा है ते हनेर दे सारे अवगुण साडे पल्ले पै जांदे हन। इसे तरह अकाल पुरख नूं विसर के माया दे परायण हो के असी जन्मां जन्मांतरां तो पाप कमाउंदे आए हां ते जाणे अनजाणे हुण भी पाप कमा रहे हां। इस तरह असी आपों सहेड़े दुख कलेश भुगतदे हां। ਜਦੋਂ ਪਾਪ ਕਰਦੇ ਹਾਂ ਉਸ ਦਾ ਨਤੀਜਾ ਦੁੱਖ ਕਲੇਸ਼ ਆਉਂਦਾ ਹੈ। ਸੋ ਇਸ ਤਰ੍ਹਾਂ ਅਸੀਂ ਆਪੂ ਸਹੇੜੇ ਹੋਏ ਦੁੱਖ ਕਲੇਸ਼ ਭੁਗਤਦੇ ਹਾਂ ਤੇ ਆਪਣੀ ਲਾਈ ਹੋਈ ਪਾਪਾਂ ਦੀ ਗੁੱਜੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਇਹਨਾਂ ਸਰੀਰਕ, ਮਾਨਸਿਕ ਤੇ ਆਤਮਿਕ ਪਾਪਾਂ ਤੋਂ ਬਚਣ ਲਈ ਜਾਂ ਪਿਛਲੇ ਕੀਤੇ ਹੋਏ ਔਗਣਾਂ ਦੀ ਨਿਵਰਤੀ ਲਈ ਭੁੱਲ ਤੋਂ ਯਾਦ ਵਿੱਚ ਆਉਣਾ ਅਰਥਾਤ ਪ੍ਰਭੂ ਦਾ ਸਿਮਰਨ ਹੀ ਇੱਕੋ ਇੱਕ ਸੌਖਾ ਸਾਧਨ ਹੈ। ਹਾਂਜੀ, ਸਰੀਰਕ, ਮਾਨਸਿਕ ਤੇ ਆਤਮਿਕ ਪਾਪਾਂ ਤੋਂ ਬਚਣ ਲਈ ਤੇ ਜਿਹੜੇ ਪਿੱਛੇ ਅਸੀਂ ਔਗਣ ਕਰਕੇ ਆਏ ਹਾਂ ਆਪਣੇ ਪਿਛੜੇ ਔਗਣਾਂ ਦੀ ਨਿਵਰਤੀ ਲਈ ਇੱਕੋ ਇੱਕ ਸਾਧਨ ਹੈ ਭੁੱਲ ਵਿੱਚੋਂ ਯਾਦ ਵਿੱਚ ਆਉਣਾ, ਯਾਨੀ ਪਰਮਾਤਮਾ ਦਾ ਸਿਮਰਨ ਕਰਨਾ। ਇਸ ਗੱਲ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ। ਤਾਪ ਪਾਪ ਸੰਤਾਪ ਬਿਨਾਸੈ, हर सिमरत किलविख सब नासै। जन नानक अंदिन नाम ते आया, हर सिमरत किलविख पाप गया। हर हर नाम जिनी आराध्या, तिनके दुख पाप निवारे। सिमर सिमर स्वामी प्रभ अपना, सगले पाप तजावै राम। हर हर नाम ते आवे, हर हर नाम ते आए मन। हर दरगह पावै मान, जो इच्छै सो फल पाए सी। गुर शब्दी लगै ध्यान, किलविख पाप सब कटियै, हों मैं चुकै गुमान। तिनके पाप एक निमक सब लाथे, जिन गुर बचनी हर जापिया। माया दे भरम भुलावे विच मैं मेरी दा अटुट अभ्यास करदे होए ਇਹ ਹਉਮੈ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ। इसने अपनी अठीली फौज काम क्रोध लोभ मोह हंकार आदि द्वारा सानू जकड़बंद किया होया है। इस हौमे जां मैं मेरी दे एहसास नाल माया दे प्रैण हो के असी कर्म करदे ते नतीजे भुगतदे हां। सो इस कूड़ी हौमे दे दीर्घ रोग तो बचण दा गुरबाणी विच इक्को एक सौखा साधन सिमरन ही दस्या गया है। गुरबचनी जिना जपया मेरा हर हर, तिनके हौमै रोग गए। हर 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 औखद जग पूरा, जप हर हर हौमै मारी। जिन जपया एक मन एक चित, तिन लथा हौमै पार। हर हर नाम जपै दिन राती, गुरमुख हौमै कड्डै धोए। सिमर सिमर नानक प्रभ जीवै, बिनस जाए अभिमान। गुर शब्दी मन निर्मल होआ, चूका मन अभिमान। जिना एक मन एक चित ध्याया, सतगुर स्यों चित लाए। तिनकी दुख भुख हौमे वड्डा रोग गया, निर्दोख भये लिवलाए। जो जो दीसै सो सो रोगी, रोग रहत मेरा सतगुर जोगी। इस पंक्ति अनुसार असी सब जीव किसे न किसे शरीरक, मानसिक ते अध्यात्मक रोगां विच ग्रसे होए हैं। इन्हां रोगां दा असी आपो अपनी समझ लियाकत जां पहुँच अनुसार इलाज करते हाँ, पर फिर भी असी बिल्कुल अरोग नहीं हो सकते। इस दा कारण यह है कि साडा जीवन मायकी परम भुलावे अथवा हौमे दे परायण है। सारे शरीरक, मानसिक ते अध्यात्मक रोगां दा केंद्र जां सोमा माया दा परम भुलावा ही है। इसलिए गुरबाणी अनुसार सारे रोगां दा इक्को एक पक्का इलाज हरि नूं याद करना या सिमरन करना है।
ਭਾਵੇਂ ਉਹ ਸਰੀਰਕ ਰੋਗ ਹਨ, ਮਾਨਸਿਕ ਰੋਗ ਹਨ ਜਾਂ ਅਧਿਆਤਮਿਕ ਰੋਗ ਹਨ। ਇਹਨਾਂ ਸਾਰੇ ਰੋਗਾਂ ਦਾ ਇੱਕੋ ਇੱਕ ਇਲਾਜ ਪਰਮਾਤਮਾ ਨੂੰ ਯਾਦ ਕਰਨਾ ਜਾਂ ਉਸ ਦਾ ਸਿਮਰਨ ਕਰਨਾ ਹੈ, ਕਿਉਂਕਿ ਸਿਮਰਨ ਦੁਆਰਾ ਰੋਗ ਰਹਿਤ ਅਰੋਗ ਹਰੀ ਦੀ ਸੰਗਤ ਕਰਕੇ ਹੀ ਅਸੀਂ ਅਰੋਗ ਹੋ ਸਕਦੇ ਹਾਂ। ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਸਰਬ ਰੋਗ ਦੀ ਔਖਦ ਵੀ ਹੈ। ਗੁਰਮੁਖ ਜਪ ਸਭ ਰੋਗ ਗਵਾਇਆ, ਅਰੋਗਤ ਭਏ ਸ਼ਰੀਰਾ। ਹਾਂਜੀ, ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਏ ਵਿਜੋਗ, ਸਾਧ ਸੰਗ ਹਰ ਗੁਣ ਰਮੋ, ਬਿਨਸੇ ਸਭ ਰੋਗ। ਹਰ 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 ਆਰਾਧੀਐ, ਹੋਈਐ ਆਰੋਗ। ਸਰਬ ਸਿਧ ਕਾਰਜ ਸਭ ਸਵਰੈ, ਅਹੰਗ ਰੋਗ ਸਗਲ ਹੀ ਖਇਆ। ਕੋਟ ਪਰਾਤ ਖਿਨ ਮੈਂ ਖਉ ਪਈ ਹੈ, ਗੁਰ ਮਿਲ ਹਰ ਹਰ ਕਇਆ। रोग सोग मिटै प्रभ ध्याए, मन बाछत पूरन फल पाए। सर्ब रोग का औखद नाम, अनक उपावी रोग न जाए। रोग मिटै हर औखद लाए। ਅਸੀਂ ਮਾਇਆ ਦੇ ਪਰਾਇਣ ਹੋ ਕੇ ਕਰਮ ਕਰਦੇ ਤੇ ਦੁੱਖ ਸਹਿੰਦੇ ਹਾਂ। ਮਾਇਆ ਦੇ ਅਧੀਨ ਮੋਹ ਮਾਇਆ ਵਿੱਚ ਕਰਮਬੱਧ ਹੋ ਕੇ ਸਾਨੂੰ ਜਨਮ ਮਰਨ ਦੇ ਗੇੜ ਜਾਂ ਆਵਾਗਮਨ ਵਿੱਚ ਵਿਚਰਨਾ ਪੈਂਦਾ ਹੈ। ਇਸ ਤਰ੍ਹਾਂ ਹਰ ਜਨਮ ਵਿੱਚ ਅਸੀਂ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦੇ ਹਾਂ। ਮਾਇਆ ਦੇ ਇਸ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲਣ ਦਾ ਸਾਧਨ ਗੁਰਬਾਣੀ ਇਉਂ ਦੱਸਦੀ ਹੈ। ਧਿਆਏ ਸੋ ਪ੍ਰਭੂ, ਤਰੇ ਭਉ ਜਲ, ਰਹੇ ਆਵਣ ਜਾਣਾ। ਸਦਾ ਸੁਖ ਕਲਿਆਣ ਕੀਰਤਨ, ਪ੍ਰਭ ਲੱਗਾ ਮੀਠਾ ਪਾਣਾ। ਨਾਨਕ ਸਿਮਰੈ ਏਕ ਨਾਮ, ਫਿਰ ਬਹੁੜ ਨ ਧਾਈ। ਜੋ ਜੋ ਜਪੈ ਸੋਈ ਵਡ ਭਾਗੀ, ਬਹੁੜ ਨ ਜੋਨੀ ਪਾਵਣਾ। ਜਾਂ ਕੈ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਪੈ ਦੁਖੀ। ਚਾਰ ਪਦਾਰਥ ਨਵ ਨਿਧ ਪਾਵੈ, ਬਹੁਰ ਨ ਤ੍ਰਿਸ਼ਨਾ ਭੁਖੀ। ਜਾਂ ਕੈ ਮਨ ਵੂਠਾ ਪ੍ਰਭ ਆਪਣਾ, ਪੂਰੇ ਕਰਮ ਗੁਰ ਕਾ ਜਪ ਜਪਨਾ। ਸਰਬ ਨਿਰੰਤਰ ਸੋ ਪ੍ਰਭ ਜਾਤਾ, ਬਹੁੜ ਨ ਜੋਨੀ ਭਰਮ ਰੁਨਾ। ਸਾਰੀ ਕਾਇਨਾਤ ਇਸ ਕੂੜੀ ਮਾਇਆ ਦੇ ਭਰਮ ਭੁਲੇਖੇ ਵਿੱਚ ਗਲਤਾਨ ਹੈ। ਰੇਸ਼ਮ ਦੇ ਕੀੜੇ ਵਾਂਗ ਜੀਵ ਨੇ ਆਪਣੇ ਦੁਆਲੇ ਭਰਮਗੜ ਦਾ ਖੋਲ ਬਣਾਇਆ ਹੋਇਆ ਹੈ, ਜਿਸ ਦੇ ਹਨੇਰ ਖਾਤੇ ਵਿੱਚ ਅਸੀਂ ਜੰਮਦੇ ਜਿਉਂਦੇ ਕਰਮ ਕਰਦੇ ਦੁੱਖ ਭੋਗਦੇ ਮਰਦੇ ਤੇ ਫਿਰ ਮੁੜ ਜੰਮਦੇ ਆਏ ਹਾਂ। ਜਿਵੇਂ ਰੇਸ਼ਮ ਦਾ ਕੀੜਾ ਆਪਣੇ ਦੁਆਰੇ ਖੋਲ ਬਣਾ ਲੈਂਦਾ ਹੈ, ਅਸੀਂ ਵੀ ਜੀਵਾਂ ਨੇ ਆਪਣੇ ਦੁਆਲੇ ਭਰਮ ਦਾ ਖੋਲ ਬਣਾਇਆ ਹੋਇਆ ਹੈ, ਜਿਸ ਦੇ ਹਨੇਰ ਖਾਤੇ ਵਿੱਚ ਅਸੀਂ ਜੰਮਦੇ ਜਿਉਂਦੇ ਕਰਮ ਕਰਦੇ ਦੁੱਖ ਭੋਗਦੇ ਮਰਦੇ ਤੇ ਫਿਰ ਮੁੜ ਜੰਮਦੇ ਆਏ ਹਾਂ। ਭਰਮੈ ਜੋਨ ਅਸੰਖ, ਮਰ ਜਨਮੈ ਆਵਈ। ਸੋ ਭਰਮ ਭੁਲੇਖੇ ਦੇ ਇਸ ਹਨੇਰ ਨੂੰ ਦੂਰ ਕਰਨ ਲਈ ਗੁਰਬਾਣੀ ਸਾਨੂੰ ਸਿਮਰਨ ਕਰਨ ਦਾ ਉਪਦੇਸ਼ ਦਿੰਦੀ ਹੈ। ਹਰ ਹਰ ਕਰਤ ਮਿਟੇ ਸਭ ਭਰਮਾ, ਜਪ ਗੋਵਿੰਦ ਪਰਮ ਭਉ ਫਾਟਾ। ਸਿਮਰ ਸਿਮਰ ਸੁਆਮੀ ਭਏ ਸੀਤਲ, ਦੁਖ ਦਰਦ ਭਰਮ ਹਿਰਿਆ। ਭੋਰ ਭਰਮ ਕਾਟੇ ਪ੍ਰਭ ਸਿਮਰਤ, ਗਿਆਨ ਅੰਜਨ ਮਿਲ ਸੋਵਤ ਜਾਗੀ। ਸੰਸਾਰ ਦੇ ਆਵਾਗਮਨ ਦੇ ਚੱਕਰ ਤੋਂ ਬਚਣ ਲਈ ਤੇ ਸਵਰਗ ਦੇ ਸੁੱਖਾਂ ਦੇ ਲਾਲਚ ਲਈ ਇਨਸਾਨ ਮੁਕਤੀ ਦੀ ਲਾਲਚ ਰੱਖਦਾ ਹੈ। ਇਸ ਦੀ ਪ੍ਰਾਪਤੀ ਲਈ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਕਈ ਪ੍ਰਕਾਰ ਦੇ ਕਰਮ ਕਾਂਡ ਕਰਦੇ ਹਾਂ, ਕਾਲਣਾ ਕਾਲਦੇ ਹਾਂ, ਪਰ ਗੁਰਬਾਣੀ ਮੁਕਤੀ ਦਾ ਸੌਖਾ ਸਾਧਨ ਸਿਮਰਨ ਹੀ ਦੱਸਦੀ ਹੈ। ਹਾਂਜੀ, ਅਸੀਂ ਕਰਮ ਕਾਂਡਾਂ ਨਾਲ ਮੁਕਤੀ ਭਾਲਦੇ ਹਾਂ, ਕਈ ਪ੍ਰਕਾਰ ਦੇ ਕਰਮ ਕਾਂਡ ਕਰਦੇ ਹਾਂ ਤੇ ਕਾਲਣਾ ਕਾਲਦੇ ਹਾਂ, ਪਰ ਗੁਰਬਾਣੀ ਅਨੁਸਾਰ ਮੁਕਤੀ ਦਾ ਸੌਖਾ ਸਾਧਨ ਸਿਮਰਨ। ਮਾਨਸ ਜਨਮ ਦਿਓ ਜੈ ਠਾਕੁਰ, ਸੋ ਤੈ ਕਿਉਂ ਬਿਸਰਾਇਓ। ਮੁਕਤ ਹੋਤ ਨਰ ਜਾਂ ਕੈ ਸਿਮਰੈ, ਨਿਮਖ ਨਾ ਤਾਂ ਕੋ ਗਾਇਓ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਜੈ ਸਿਮਰਨ ਹੋਏ ਮੁਕਤ ਦੁਆਰ,
जाए बैकुंठ नहीं संसार। ऐसा सिमरन कर मन माहे, बिन सिमरन मुकत कत नाहे। ਅਸੀਂ ਮਾਇਆ ਵਿੱਚ ਇਤਨੇ ਗਲਤਾਨ ਹੋ ਚੁੱਕੇ ਹਾਂ ਕਿ ਮਾਇਆ ਦਾ ਹੀ ਸਰੂਪ ਬਣ ਗਏ ਹਾਂ। ਇਸ ਕੂੜੀ ਮਾਇਆ ਦਾ ਸਿਮਰਨ ਹੀ ਸਾਡਾ ਜੀਵਨ ਰੂਪ ਬਣ ਗਿਆ ਹੈ, ਜਿਸ ਕਾਰਨ ਪਰਮੇਸ਼ਰ ਨੂੰ ਭੁੱਲ ਕੇ ਅਸੀਂ ਉਸ ਤੋਂ ਬੇਮੁਖ ਹੋ ਗਏ ਹਾਂ, ਜਿਸ ਨਾਲ ਸਾਡੀ ਹਾਲਤ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲੀ ਹੋ ਗਈ ਹੈ। ਮਾਇਆ ਦੇ ਇਸ ਘੋਰ ਕਲਯੁਗੀ ਭਰਮ ਭੁਲਾਵੇ ਵਿੱਚੋਂ ਜੀਵ ਨੂੰ ਕੱਢ ਕੇ ਆਤਮ ਪਰਾਇਣ ਕਰਨ ਲਈ ਸਭ ਤੋਂ ਸੌਖਾ ਤੇ ਸਰਲ ਸਾਧਨ ਸਾਧ ਸੰਗਤ ਹੀ ਦੱਸਿਆ ਗਿਆ ਹੈ। ਯਾਨੀ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਸਾਧ ਸੰਗਤ ਬਿਨ ਤਰਿਓ ਨਾ ਕੋਈ, ਸਾਧ ਸੰਗਤ ਨਿਹਚੋ ਹੈ ਤਰਣਾ। ਪਰ ਸਾਧ ਸੰਗਤ ਵਿੱਚ ਆ ਕੇ ਕਰਨਾ ਕੀ ਹੈ? ਇਸ ਲਈ ਗੁਰਬਾਣੀ ਵਿੱਚ ਜਗਿਆਸੂਆਂ ਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਤਾਕੀਦ ਕੀਤੀ ਗਈ ਹੈ। ਜਿੱਥੇ ਜਾਗਤ ਜੋਤਾਂ ਦੀਆਂ ਦਾਮਨ ਕਿਰਣਾਂ ਸਹਿਜੇ ਹੀ ਨਾਮ ਦਾ ਰੰਗ ਵਰਤਾਉਂਦੀਆਂ ਹਨ। ਫਿਰ ਦੁਹਰਾ ਦਈਏ ਕਿ ਗੁਰਬਾਣੀ ਵਿੱਚ ਜਗਿਆਸੂਆਂ ਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਤਾਕੀਦ ਕੀਤੀ ਗਈ ਹੈ, ਜਿੱਥੇ ਜਾਗਤ ਜੋਤਾਂ ਦੀਆਂ ਦਾਮਨ ਕਿਰਣਾਂ ਸਹਿਜੇ ਹੀ ਨਾਮ ਦਾ ਰੰਗ ਵਰਤਾਉਂਦੀਆਂ ਹਨ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਸਾਧ ਸੰਗ ਹਰ ਕੈ ਰੰਗ, ਗੋਬਿੰਦ ਸਿਮਰਨ ਲਾਗਿਆ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ। ਗੁਰਪੂਰਾ ਵਡ ਭਾਗੀ ਪਾਈਐ, ਮਿਲ ਸਾਧੂ ਹਰ ਨਾਮ ਤੇ ਆਈਐ। ਸਰਬ ਕਾਰਜ ਸਿਧ ਭਏ, ਗਾਏ ਗੁਣ ਗੋਪਾਲ, ਮਿਲ ਸਾਧ ਸੰਗਤ ਪ੍ਰਭੂ ਸਿਮਰੈ। ਮਿਲ ਸਾਧ ਸੰਗਤ ਪ੍ਰਭੂ ਸਿਮਰੈ, ਨਾਠਿਆ ਦੁਖ ਕਾਲ। ਆਵਤ ਜਾਤ ਰਹੇ ਸ਼ਰਮ ਨਾਸੇ, ਸਿਮਰਤ ਸਾਧੂ ਸੰਗ, ਪਤਤ ਪੁਨੀਤ ਹੋਏ ਖਿਨ ਪੀਤਰ, ਪਾਰ ਬ੍ਰਹਮ ਕੈ ਰੰਗ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਈ ਜਗਿਆਸੂ ਮਾਨਸਿਕ ਸ਼ਕਤੀਆਂ ਜਾਂ ਰਿੱਧੀਆਂ ਸਿੱਧੀਆਂ ਨੂੰ ਹੀ ਪਰਮਾਰਥ ਸਮਝ ਕੇ ਇਸ ਦੀ ਪ੍ਰਾਪਤੀ ਲਈ ਅਨੇਕਾਂ ਕਿਸਮ ਦੀਆਂ ਸਾਧਨਾ ਕਰਦੇ ਹਨ। ਇਸ ਤਰ੍ਹਾਂ ਕਈ ਕਿਸਮ ਦੇ ਹੱਠ ਧਰਮਾਂ ਵਿੱਚ ਗਲਤਾਨ ਹੋ ਕੇ ਉਹ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਲੈਂਦੇ ਹਨ। ਗੁਰਬਾਣੀ ਅਨੁਸਾਰ ਇਹ ਰਿੱਧੀਆਂ ਸਿੱਧੀਆਂ ਤੇ ਹੋਰ ਅਨੇਕਾਂ ਕਿਸਮ ਦੀਆਂ ਇਹ ਮਾਨਸਿਕ ਸ਼ਕਤੀਆਂ ਜਗਿਆਸੂ ਨੂੰ ਸਿਮਰਨ ਕਰਦਿਆਂ ਹੋਇਆਂ ਸਹਿਜ ਹੀ ਪ੍ਰਾਪਤ ਹੋ ਜਾਂਦੀਆਂ ਹਨ। ਹਾਂਜੀ, ਇਹ ਰਿੱਧੀਆਂ ਸਿੱਧੀਆਂ ਇਹ ਮਾਨਸਿਕ ਸ਼ਕਤੀਆਂ ਇਹੋ ਜਿਹੀਆਂ ਪ੍ਰਾਪਤੀਆਂ ਜਗਿਆਸੂਆਂ ਨੂੰ ਸਿਮਰਨ ਕਰਦਿਆਂ ਹੋਇਆਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਪਰ ਗੁਰਸਿੱਖ ਇਹਨਾਂ ਨੂੰ ਫੋਕਟ ਕਰਮ ਹੀ ਸਮਝਦੇ ਹਨ। ਹਾਂਜੀ, ਭਾਵੇਂ ਸਿਮਰਨ ਨਾਲ ਰਿੱਧੀਆਂ ਸਿੱਧੀਆਂ ਮਾਨਸਿਕ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ, ਪਰ ਗੁਰਸਿੱਖ ਇਹਨਾਂ ਨੂੰ ਫੋਕਟ ਕਰਮ ਸਮਝਦੇ ਹਨ ਤੇ ਇਹਨਾਂ ਨੂੰ ਵਰਤਣ ਤੋਂ ਸੰਕੋਚ ਕਰਦੇ ਹਨ। ਇਹਨਾਂ ਸ਼ਕਤੀਆਂ ਦਾ ਇਸਤੇਮਾਲ ਨਹੀਂ ਕਰਦੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵਨਿਧ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਨਵਨਿਧੈ ਨਵਨਿਧੈ ਮੇਰੇ ਘਰ ਮੈਂ ਆਈ ਰਾਮ, ਸਭ ਕਿਛ ਮੈਂ ਸਭ ਕਿਛ ਪਾਇਆ, ਨਾਮ ਧਿਆਈ ਰਾਮ। ਜੈ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੈ। ਪਰਮਾਤਮਾ ਪ੍ਰੇਮ ਸਰੂਪ ਹੈ, ਤਦੇ ਉਸ ਨੂੰ ਗੁਰਬਾਣੀ ਵਿੱਚ ਪ੍ਰੇਮ ਪੁਰਖ ਕਿਹਾ ਗਿਆ ਹੈ। ਰੱਬ ਦੀ ਸਾਰੀ ਕਾਇਨਾਤ ਵਿੱਚ ਵੀ ਦੈਵੀ ਪ੍ਰੇਮ ਦੀ ਰੌਂ ਚੱਲ ਰਹੀ ਹੈ, ਜਿਸ ਨੂੰ ਹੁਕਮ ਕਿਹਾ ਗਿਆ ਹੈ। ਇਹ ਦੈਵੀ ਪ੍ਰੀਤ ਡੋਰੀ ਤੋਂ ਬਗੈਰ ਖਿਨ ਪਲ ਵਿੱਚ ਹੀ ਸਾਰੀ ਕਾਇਨਾਤ ਖੇਰੂ ਖੇਰੂ ਹੋ ਕੇ ਤਬਾਹ ਹੋ ਸਕਦੀ ਹੈ। ਸੋ ਇਸ ਘੋਰ ਕਲਯੁਗ ਵਿੱਚ ਇਲਾਹੀ ਪ੍ਰੀਤ ਡੋਰੀ ਢਿੱਲੀ ਪੈਣ ਕਰਕੇ ਸੰਸਾਰ ਵਿੱਚ ਈਰਖਾ ਦੁਐਤ, ਵੈਰ ਵਿਰੋਧ, ਲੜਾਈ ਝਗੜੇ, ਵਾਦ ਵਿਵਾਦ, ਖੁਦਗਰਜ਼ੀ, ਤਵੱਸਬ, ਘਿਰਣਾ ਆਦਿ ਮਾਇਕੀ ਔਗਣਾਂ ਦਾ ਵਰਤਾਰਾ ਤੇ ਬੋਲਬਾਲਾ ਹੈ।
ਸੋ ਇਸ दैवी ਪ੍ਰੀਤ ਡੋਰੀ ਨੂੰ ਮੁੜ ਕਾਇਮ ਤੇ ਪੀੜ੍ਹੀ ਕਰਨ ਲਈ ਗੁਰਬਾਣੀ ਵਿੱਚ ਸਾਧ ਸੰਗਤ अथवा सत्संगत की प्रेरणा दी गई है, क्योंकि जो जैसी संगत मिले सो तैसो फल खाए। साध संगत विच विचरदियां होयां दामनक इलाही माहौल विच सहजे ही हरि दा सिमरन होंदा है। हाँ जी, परमात्मा ने सारी कायनात दे अंदर जो प्रीत डोरी पाई है, जिसनों हुक्म किया गया है, इस प्रीत डोरी नाल ही सारी कायनात बजी हुई है, किसी असूल विच चलदी है। सो इस घोर कलयुग विच ये प्रीत डोरी ढेली पैण करके इस संसार विच ईरखा, द्वैत, वैर विरोध, लड़ाई झगड़े, वाद विवाद, खुदगर्जी, तवस्सव, किरना आदि अवगुणां दा बोलबाला ते वर्तारा हो रहा है। सो ये जिहड़ी ढेली पै गई प्रीत डोरी नूं मुड़ पीढ़ी ते कायम करन लई इक्को एक साधन है, वो है साध संगत। क्योंकि साध संगत विच दामनिक इलाही माहौल विच सहजे ही हरि दा सिमरन होंदा है। इस उच्चे सुच्चे आत्मक माहौल विच प्रेम स्वैपना दियां लहरां उठदियां हन, जिन्हां दा साडे मन उत्ते दैवी असर होंदा है ते साडी आत्मा प्रेम स्वैपना दा रंग रस माणदी है। मेरे मन मुख हर 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 बोली है, गुरमुख रंग चलूले राती, हर प्रेम पीनी चोली है। गुरमुख जपी है अंतर प्यार, सच्चा उपदेश हर जापना। सच्चा उपदेश हर जापना, हर स्यों बन आई, ऐथे सुखदाता मन वसै, अंत होए सखाई, हर स्यों प्रीत उपजी, गुर सोजी पाई। अहंग तोरो मुख जोरो, गुर गुर करत मन लोरो, प्रिया प्रीत प्यारो मोरो। गुरमती हर हर बोले, हर प्रेम कसाई दिन सरात, हर रत्ती हर रंग चोले। साच कहो सुन लेहो सबै, जिन प्रेम कियो तिन ही प्रभ पायो। गुरबाणी विचार लेख नंबर 116, सिमरन भाग 7वां।